ਅੱਜ ਦਾ ਆਪਣਾ ਟੌਪਿਕ ਆ ਥਿਓਰੀਜ਼ ਆਫ ਐਂਟਰਪ੍ਰੇਨਿਓਰਸ਼ਿਪ ਬਾਰੇ ਡਿਫਰੈਂਟ ਵਿਊ ਪੁਆਇੰਟ ਨੇ। ਇਕਨੋਮਿਕ ਥਿਓਰੀ, ਇਨੋਵੇਸ਼ਨ ਥਿਓਰੀ, ਨੀਡ ਫॉर ਅਚੀਵਮੈਂਟ ਥਿਓਰੀ, ਐਫੀਸ਼ੀਐਂਸੀ ਥਿਓਰੀ, ਰਿਸਕ ਬੀਅਰਿੰਗ ਥਿਓਰੀ, ਐਂਟਰਪ੍ਰੇਨਿਓਰਲ ਗਰੋਥ ਥਿਓਰੀ, ਹੈਗਨ ਨੇ ਵੀ ਥਿਓਰੀ ਦਿੱਤੀ ਆ, ਥਿਓਰੀ ਆਫ ਕਲਚਰਲ ਵੈਲਿਊ, ਐਕਸਪੋਜ਼ਰ ਥਿਓਰੀ, ਲੀਡਰਸ਼ਿਪ ਥਿਓਰੀ, ਕੰਕਲ ਬਿਹੇਵੀਅਰ ਥਿਓਰੀ। ਸਭ ਤੋਂ ਪਹਿਲਾਂ ਆਪਾਂ ਕਰਾਂਗੇ ਇਕਨੋਮਿਕ ਥਿਓਰੀ। ਇਕਨੋਮਿਕ ਦਾ ਮਤਲਬ ਕੀ ਹੁੰਦਾ? ਪ੍ਰੋਫਿਟ। ਬੇਸਿਕਲੀ ਕੋਈ ਵੀ ਐਂਟਰਪ੍ਰੇਨਿਓਰਸ਼ਿਪ ਆ ਉਹ ਇਸ ਤਰ੍ਹਾਂ ਕੰਮ ਕਰਦੀ ਆ ਕਿ ਜਿਹੜਾ ਸਾਨੂੰ ਪ੍ਰੋਫਿਟ ਹੋਵੇ। ਐਂਟਰਪ੍ਰੇਨਿਓਰਸ਼ਿਪ ਦਾ ਰਿਜ਼ਲਟ, ਐਂਟਰਪ੍ਰੇਨਿਓਰਸ਼ਿਪ ਆਉਂਦੀ ਕਿਹਦੇ ਕਰਕੇ? ਇਕਨੋਮਿਕ ਕੰਡੀਸ਼ਨ ਕਰਕੇ। ਅਗਰ ਇਕਨੋਮਿਕ ਕੰਡੀਸ਼ਨ ਐਂਟਰਪ੍ਰੇਨਿਓਰ ਦੇ ਫੇਵਰ 'ਚ ਆ ਤਾਂ ਐਂਟਰਪ੍ਰੇਨਿਓਰਸ਼ਿਪ ਆਊਗੀ। ਐਂਟਰਪ੍ਰੇਨਿਓਰਸ਼ਿਪ ਸਿਰਫ ਆਉਂਦੀ ਆ ਅਗਰ ਕਿਸੇ ਚੀਜ਼ ਦੀ ਮਾਰਕੀਟ ਦੇ ਵਿੱਚ ਡਿਮਾਂਡ। ਇਕਨੋਮਿਕ ਇਨਸੈਂਟਿਵ ਮੇਨ ਏਮ ਹੁੰਦੇ। ਇਕਨੋਮਿਕ ਇਨਸੈਂਟਿਵ ਮੀਨਸ ਪ੍ਰੋਫਿਟ। ਅਗਰ ਉਹ ਰॉ ਮਟੀਰੀਅਲ ਈਜ਼ੀਲੀ ਬਾਏ ਕਰ ਸਕਦਾ, ਉਹਨੂੰ ਬੈਂਕ 'ਤੇ ਲੋਨ ਈਜ਼ੀਲੀ ਅਵੇਲੇਬਲ ਆ, ਅਗਰ ਮਾਰਕੀਟ 'ਚ ਡਿਮਾਂਡ ਆ, ਕੰਜ਼ਿਊਮਰ ਚਾਹੁੰਦੇ ਆ, ਪ੍ਰੋਡਕਟਿਵ ਰਿਸੋਰਸ ਸਹੀ ਨੇ, ਇਕਨੋਮਿਕ ਪੋਲਿਸੀ ਸਹੀ ਆ, ਜਿਹੜੀ ਇਕਨੋਮਿਕ ਪੋਲਿਸੀ ਆ ਉਹ ਐਂਟਰਪ੍ਰੇਨਿਓਰ ਨੂੰ ਪ੍ਰਮੋਟ ਕਰ ਰਹੀ ਹੈ। ਮਤਲਬ ਅਗਰ ਇਕਨੋਮਿਕ ਕੰਡੀਸ਼ਨਸ ਨੇ ਜਿਹੜੀਆਂ ਉਹ ਐਂਟਰਪ੍ਰੇਨਿਓਰ ਦੇ ਫੇਵਰਸ ਨੇ ਤਾਂ ਐਂਟਰਪ੍ਰੇਨਿਓਰਸ਼ਿਪ ਆਊਗੀ। ਇਸ ਲਈ ਇਹਨੂੰ ਇਕਨੋਮਿਕ ਥਿਓਰੀ ਕਹਿੰਦੇ। ਦੂਜਾ ਇਹਦਾ ਕਾਰਨ ਕੀ ਆ ਕਿ ਇਹਦਾ ਮੇਨ ਏਮ ਕਿਹਦਾ? ਪ੍ਰੋਫਿਟ ਅਰਨ ਕਰਨਾ। ਇਸ ਲਈ ਵੀ ਇਹਨੂੰ ਇਕਨੋਮਿਕ ਥਿਓਰੀ ਕਿਹਾ ਜਾਂਦਾ। ਇੰਟਰਡਿਪੈਂਡੈਂਸੀ, ਐਂਟਰਪ੍ਰੇਨਿਓਰਸ਼ਿਪ ਅਤੇ ਇਕਨੋਮਿਕ ਗਰੋਥ ਇੱਕ ਦੂਜੇ ਦੇ ਉੱਪਰ ਡਿਪੈਂਡ ਨੇ। ਅਗਰ ਇਕਨੋਮਿਕ ਗਰੋਥ ਹੁੰਦੀ ਹੋਊਗੀ ਤਾਂ ਹੀ ਕੋਈ ਬੰਦਾ ਆਪਣਾ ਬਿਜ਼ਨਸ ਸਟਾਰਟ ਕਰੂਗਾ, ਐਂਟਰਪ੍ਰੇਨਿਓਰ ਐਗਜ਼ਿਸਟ ਕਰੂਗੀ। ਅਗਰ ਐਂਟਰਪ੍ਰੇਨਿਓਰਸ਼ਿਪ ਹੋਊਗੀ, ਪ੍ਰੋਡਕਸ਼ਨ ਹੋਊਗੀ, ਤਦ ਇਕਨੋਮਿਕ ਗਰੋਥ ਹੋਊਗੀ। ਇਸ ਲਈ ਦੋਨੋਂ ਇੱਕ ਦੂਜੇ ਦੇ ਉੱਪਰ ਕੀ ਹੈ? ਡਿਪੈਂਡ ਹੈ। ਅਗਰ ਐਂਟਰਪ੍ਰੇਨਿਓਰਸ਼ਿਪ ਹੋਣਗੇ ਤਾਂ ਉਹ ਆਪਣੇ ਆਪ ਨੂੰ ਵੀ ਜੋਬ ਦੇਣਗੇ, ਕਿਸੇ ਹੋਰ ਪਰਸਨ ਨੂੰ ਵੀ ਜੋਬ ਦੇਣਗੇ, ਤਾਂ ਇੰਪਲੋਇਮੈਂਟ ਇਨਕਰੀਜ਼ ਹੋਊਗਾ। ਅਗਰ ਇੰਪਲੋਇਮੈਂਟ ਇਨਕਰੀਜ਼ ਹੋਊਗਾ ਤਾਂ ਲੋਕਾਂ ਦੀ ਇਨਕਮ ਜਿਹੜੀ ਉਹ ਵੀ ਵਧੂਗੀ। ਅਗਰ ਲੋਕਾਂ ਦੀ ਇਨਕਮ ਵਧੂਗੀ ਤਾਂ ਨੈਸ਼ਨਲ ਇਨਕਮ ਵੀ ਵਧੂਗੀ। ਮੇਨ ਏਮ ਐਂਟਰਪ੍ਰੇਨਿਓਰ ਦਾ ਕਹਿੰਦਾ ਪ੍ਰੋਫਿਟ ਮੈਕਸੀਮਾਈਜੇਸ਼ਨ। ਇਸ ਲਈ ਇਹਨੂੰ ਇਕਨੋਮਿਕ ਥਿਓਰੀ ਵੀ ਕਿਹਾ ਜਾਂਦਾ। ਇਕਨੋਮਿਕ ਇਨਸੈਂਟਿਵ ਆਪਣੇ ਉਹੀ ਨੇ ਕਿ ਰॉ ਮਟੀਰੀਅਲ ਮਿਲ ਰਿਹਾ, ਕਿ ਉਹਨੂੰ ਜਿਹੜੇ ਪ੍ਰੋਡਕਟ ਚਾਹੀਦੇ ਆ ਪ੍ਰੋਡਿਊਸ ਕਰਨ ਲਈ ਉਹ ਹੈ, ਕਿ ਬੈਂਕ ਫਾਈਨਾਂਸ ਵਧੀਆ ਕੰਡੀਸ਼ਨ 'ਤੇ ਦੇ ਰਹੇ ਨੇ, ਇਕਨੋਮਿਕ ਕੰਡੀਸ਼ਨ ਫੇਵਰੇਬਲ ਹੈ, ਕਿ ਜਿਹੜਾ ਪ੍ਰੋਡਕਟ ਉਹ ਪ੍ਰੋਡਿਊਸ ਕਰਨਾ ਚਾਹੁੰਦਾ ਗਵਰਨਮੈਂਟ ਉਹਨੂੰ ਪ੍ਰਮੋਟ ਕਰ ਰਹੀ ਹੈ ਜਾਂ ਨਹੀਂ ਕਰ ਰਹੀ। ਇਕਨੋਮਿਕ ਪੋਲਿਸੀ ਜਾਣੀ ਕਿ ਮੋਨਟਰੀ ਪੋਲਿਸੀ ਵਗੈਰਾ ਕੀ ਨੇ, ਬੈਂਕ ਈਜ਼ੀਲੀ ਲੋਨ ਦੇ ਰਿਹਾ ਹੈ, ਕਿ ਕੈਪੀਟਲ ਈਜ਼ੀਲੀ ਮਾਰਕੀਟ 'ਚ ਆ ਰਹੀ ਆ, ਕੀ ਸੇਵਿੰਗ ਲੋਕਾਂ ਕੋਲ ਹੈ, ਕਿ ਘੱਟ ਰੇਟ 'ਤੇ ਸਾਨੂੰ ਲੋਨ ਅਵੇਲੇਬਲ ਹੈ, ਕੀ ਗੁੱਡਸ ਦੀ ਡਿਮਾਂਡ ਹੈ ਮਾਰਕੀਟ 'ਚ, ਕੀ ਪ੍ਰੋਡਕਟ ਰਿਸੋਰਸ ਜਿਹੜੇ ਚਾਹੀਦੇ ਉਹ ਹੈ, ਇਨਫਰਾਸਟਰਕਚਰ ਵਧੀਆ ਹੈ, ਉਹ ਸਾਰੀ। ਇਨੋਵੇਸ਼ਨ ਥਿਓਰੀ ਕਹਿੰਦੇ ਦਿੱਤੀ ਸੀ ਐਂਟਰਪ੍ਰੇਨਿਓਰ। ਇਨੋਵੇਸ਼ਨ ਥਿਓਰੀ ਦਿੱਤੀ ਸੀ ਸਕੰਪਟਰ ਨੇ 1949 ਦਿੱਤੀ ਸੀ। ਉਹ ਕਹਿੰਦਾ ਐਂਟਰਪ੍ਰੇਨਿਓਰਸ਼ਿਪ ਕੀ ਹੈ? ਚੇਂਜ ਆ। ਜਦੋਂ ਵੀ ਮਾਰਕੀਟ ਦੇ ਵਿੱਚ ਚੇਂਜ ਆਉਂਦਾ ਹੈ ਤਾਂ ਕੋਈ ਐਂਟਰਪ੍ਰੇਨਿਓਰਸ਼ਿਪ ਐਗਜ਼ਿਸਟ ਕਰਦੀ ਆ। ਐਂਟਰਪ੍ਰੇਨਿਓਰਸ਼ਿਪ ਆ ਜਿਹੜੀ ਉਹ ਡਿਪੈਂਡ ਕਰਦੀ ਹੈ ਕਿ ਐਂਟਰਪ੍ਰੇਨਿਓਰ ਕਿੰਨਾ ਕੁ ਕੁਆਲੀਫਾਈ ਹੈ ਨਵਾਂ ਪ੍ਰੋਡਕਟ ਇੰਟਰੋਡਿਊਸ ਕਰਨ ਦੇ ਲਈ, ਨਵੀਂ ਟੈਕਨੀਕ ਪ੍ਰੋਡਕਸ਼ਨ ਦੀ ਯੂਜ਼ ਕਰਨ ਦੇ ਵਿੱਚ, ਨਵੀਂ ਮਾਰਕੀਟ ਲੱਭਣ 'ਚ, ਨਵਾਂ ਸੋਰਸ ਆਫ ਰॉ ਮਟੀਰੀਅਲ ਫਾਈਂਡ ਆਊਟ ਕਰਨ 'ਚ, ਜਾਂ ਨਵੀਂ ਕੋਈ ਐਂਟਰਪ੍ਰਾਈਜ਼ ਖੋਲ੍ਹਣ ਦੇ ਵਿੱਚ। ਅਗਰ ਉਹਨਾਂ ਕਿਸੇ ਬੰਦੇ ਕੋਲ ਇਹਨਾਂ 'ਚ ਕੋਈ ਵੀ ਸ਼ਮਤਾ ਹੈ ਤਾਂ ਉਹ ਬੰਦਾ ਐਂਟਰਪ੍ਰੇਨਿਓਰ ਬਣ ਸਕਦਾ ਹੈ। ਇਸੇ ਚੀਜ਼ ਨੂੰ ਉਹਨੇ ਨੀਚੇ ਐਕਸਪਲੇਨ ਕੀਤਾ ਹੈ ਕਿ ਅਗਰ ਨਵਾਂ ਪ੍ਰੋਡਕਟ ਹੋਊਗਾ, ਨਵਾਂ ਮੈਥਡ ਹੋਊ, ਨਵੀਂ ਮਾਰਕੀਟ, ਨਿਊ ਸੋਰਸ ਆਫ ਸਪਲਾਈ ਹੋਊ, ਨਵੀਂ ਐਂਟਰਪ੍ਰਾਈਜ਼ ਹੋਊਗੀ ਤਾਂ ਇਨੋਵੇਸ਼ਨ ਹੋਊਗੀ, ਕ੍ਰੀਏਟਿਵਿਟੀ ਹੋਊਗੀ। ਠੀਕ ਆ। ਅਗਰ ਇਹ ਸਾਰੀਆਂ ਚੀਜ਼ਾਂ ਹੋਣਗੀਆਂ ਤਾਂ ਜਿਹੜਾ ਪ੍ਰੋਫਿਟੇਬਲ ਬਿਜ਼ਨਸ ਹੋਊਗਾ, ਬਿਜ਼ਨਸ ਅਪਰਚੁਨਿਟੀ ਹੋਣਗੀਆਂ, ਗਰੋਥ ਹੋਊਗੀ। ਇਹ ਸਭ ਇਨੋਵੇਸ਼ਨ ਕਰਕੇ। ਇਹ ਚੀਜ਼ ਉਹਨੇ ਨੀਚੇ ਐਕਸਪਲੇਨ ਕੀਤੀ ਹੈ। ਇਹ ਆਪਣੀ ਕੀ ਇਨੋਵੇਸ਼ਨ ਥਿਊਰੀ। ਨੀਡ ਫॉर ਅਚੀਵਮੈਂਟ ਥਿਊਰੀ ਕਿ ਹਰੇਕ ਬੰਦਾ ਕਿਸੇ ਨਾ ਕਿਸੇ ਜ਼ਰੂਰਤ ਕਰਕੇ ਕੰਮ ਕਰਦਾ ਹੈ। ਐਂਟਰਪ੍ਰੇਨਿਓਰ ਦੇ ਪਿੱਛੇ ਵੀ ਕੋਈ ਨਾ ਕੋਈ ਫੈਕਟਰ ਹੁੰਦੇ ਆ ਜਿਹੜੇ ਇਹਨੂੰ ਮੋਟੀਵੇਟ ਕਰਦੇ ਆ ਕੁਛ ਬਣਨ ਦੇ ਲਈ। ਕੁਛ ਬੰਦੇ ਐਸੇ ਹੁੰਦੇ ਜਿਹੜੇ ਚਾਹੁੰਦੇ ਆ ਕਿ ਸਾਡਾ ਨੇਮ ਹੋਵੇ, ਕੁਛ ਫੇਮ ਹੋਵੇ, ਸਾਨੂੰ ਲੋਕ ਜਾਣਦੇ ਹੋਣ। ਔਰ ਕੁਛ ਬੰਦੇ ਐਸੇ ਵੀ ਹੁੰਦੇ ਜਿਹੜੇ ਕਿਸੇ ਦੇ ਅੰਡਰ ਕੰਮ ਨਹੀਂ ਕਰ ਸਕਦੇ, ਉਹ ਹਮੇਸ਼ਾ ਬੌਸ ਬਣਨਾ ਚਾਹੁੰਦੇ। ਇਸ ਤਰ੍ਹਾਂ ਦੇ ਪਰਸਨ ਵੀ ਹਮੇਸ਼ਾ ਕੀ ਬਣਦੇ ਨੇ? ਐਂਟਰਪ੍ਰੇਨਿਓਰ। ਸੋ ਉਹਨੇ ਲਿਖਿਆ ਕਿ ਕੋਈ ਵੀ ਬੰਦਾ ਜਿਹੜਾ ਕੁਛ ਚੀਜ਼ਾਂ ਨੂੰ ਨਵੇਂ ਢੰਗ 'ਚ ਕਰਨਾ ਚਾਹੁੰਦਾ, ਅਨਸਰਟਨਟੀ 'ਚ ਡਿਸੀਜਨ ਲੈ ਸਕਦਾ, ਉਹ ਬੰਦਾ ਐਂਟਰਪ੍ਰੇਨਿਓਰ ਬਣ ਸਕਦਾ। ਉਹਦੀ ਉਹਨੇ ਫੀਚਰ ਲਿਖਿਆ ਨੇ ਨੀਡ ਫॉर ਅਚੀਵਮੈਂਟ 'ਚ ਕਿਹੜੀਆਂ ਨੇ। ਅਗਰ ਕੋਈ ਬੰਦਾ ਕੁਛ ਅਚੀਵ ਕਰਨਾ ਚਾਹੁੰਦਾ, ਉਹੀ ਨੇਮ, ਫੇਮ ਵਗੈਰਾ, ਉਹ ਚਾਹੁੰਦਾ ਕਿ ਉਹ ਨੰਬਰ 1 ਇੰਡੀਆ 'ਚ ਬਣੇ, ਨੰਬਰ 1 ਵਰਲਡ 'ਚ ਬਣੇ। ਉਹ ਹਮੇਸ਼ਾ ਐਕਸਲ ਮਤਲਬ ਵੱਧ ਤੋਂ ਵੱਧ ਮਿਹਨਤ ਕਰਕੇ ਪਰਫੈਕਟ ਬਣਨਾ ਚਾਹੁੰਦਾ ਹੈ, ਗਰੋ ਕਰਨਾ ਚਾਹੁੰਦਾ। ਉਹਦੀਆਂ ਜਿਹੜੀਆਂ ਇੱਛਾਵਾਂ ਨੇ ਵੱਡੀਆਂ ਨੇ, ਵਰਲਡ ਨੂੰ ਕੰਟਰੋਲ ਕਰਨਾ ਚਾਹੁੰਦਾ ਹੈ, ਰਿਸਕ ਲੈਣਾ ਚਾਹੁੰਦਾ ਹੈ, ਕੁਛ ਨਾ ਕੁਛ ਅਚੀਵ ਕਰਨਾ ਚਾਹੁੰਦਾ ਹੈ, ਤਾਂ ਉਹ ਬੰਦਾ ਐਂਟਰਪ੍ਰੇਨਿਓਰ ਬਣਦਾ। ਨੀਡ ਫॉर ਪਾਵਰ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ। ਕੁਛ ਬੰਦੇ ਐਸੇ ਹੁੰਦੇ ਆ ਕਿ ਉਹ ਹਮੇਸ਼ਾ ਕੰਟਰੋਲ ਕਰਨਾ ਚਾਹੁੰਦੇ ਆ, ਉਹਨਾਂ ਨੂੰ ਕੋਈ ਕੰਟਰੋਲ ਕਰੇ ਉਹ ਪਸੰਦ ਨਹੀਂ, ਉਹਨੂੰ ਪਾਵਰ ਹੋਵੇ ਉਹਨਾਂ ਦੇ ਹੱਥ 'ਚ, ਉਹ ਪਸੰਦ ਹੁੰਦੀ ਹੈ। ਉਹ ਲੋਕਾਂ ਨੂੰ ਡੋਮੀਨੇਟ ਕਰਨਾ ਚਾਹੁੰਦੇ ਆ, ਉਹ ਮਤਲਬ ਐਸਾ ਕੰਮ ਕਰਨ ਜਿਸ 'ਚ ਉਹਨਾਂ ਨੂੰ ਸਟੇਟਸ ਮਿਲੇ। ਠੀਕ ਹੈ। ਸੋ ਫਿਰ ਕੀ ਹੈ? ਨੀਡ ਫॉर ਪਾਵਰ। ਉਹ ਹਮੇਸ਼ਾ ਪਾਵਰ ਲਈ ਕੰਮ ਕਰਦੇ, ਕਿਸੇ ਦੇ ਅੰਡਰ ਕੰਮ ਨਹੀਂ ਕਰ ਸਕਦੇ। ਨੀਡ ਫॉर ਐਫੀਲੀਏਸ਼ਨ ਉਹੀ ਆ
कि आसे पासे वाले सर्कल वाले लोग उन्होंने प्रेज़ करन, सारे उन्होंने जानते होण, वो कहण भी बंदे ने कुछ अचीव किया, बैटर फ्रेंडली रिलेशन बनाना चाहता हो, हाई डिग्री ऑफ म्यूचुअल अंडरस्टैंडिंग तो कोऑपरेशन चाहता हो, इस तरह जो परसनल नीड फॉर एफिलिएशन लिए काम करता। एफिलिएशन का मतलब होंगे कि जो नीड फॉर एफिलिएशन जो परसन आ वो फ्रेंडली रिलेशन बना के खुश है, फ्रेंडली इन्वायरमेंट रहना चाहता, वो डिज़ायर होंगे कि उन्होंने सारे लोग एक्सैप्ट करन, इस चीज़ करके भी वो बंदा एंटरप्रेन्योर बन जाता। ठीक है, उस तो बाद अपने को अगली थ्योरी किहड़ी आ, एक्स एफिशिएंसी थ्योरी, ये लेविंगस्टन ने दी सी। ये मुताबिक जी डिग्री ऑफ इनएफिशिएंसी आ, कुछ कंपनियां ने जिहड़ियां रिसोर्स नूं प्रॉपरली यूज़ नहीं कर पाती, जिन्नी उहदी इनएफिशिएंसी होगी ऑर्गेनाइजेशन दे विच, उन्ना ही वो किसी होर परसन नूं प्रमोट करूगा कि वो एंटरप्रेन्योर बने। सो एंटरप्राइज का मेन एम, एंटरप्रेन्योर का मेन एम की होंदा कि जिहड़ा गैप है इनएफिशिएंसी दे विच फुलफिल करना। फॉर एग्जाम्पल एक कंपनी 100 यूनिट बना सकती है, बट वो 50 बनाते, 50 यूनिट की आ वो इनएफिशिएंसी का रिजल्ट आ, उन्हें आ गैप फिल करना है। ठीक है, मेन रोल एंटरप्रेन्योर का की होंदा है कि उन्हें आ गैप की करना है, फिर मैक्सिमम प्रोडक्शन करनी है, मैक्सिमम कैपेसिटी तक लैके जाना। सो जिहड़ा बंदा इस एफिशिएंसी नूं अचीव करना चाहता है वो परसन भी एंटरप्रेन्योर बन जाता है। ठीक है, एक्स एफिशिएंसी राइज होंगे इन केस ऑफ रिसोर्सिस। एक्स एफिशिएंसी किवें राइज होने, अगर जो रिसोर्स एंटरप्राइज प्रॉपरली यूटिलाइज नहीं होंगे तो कोई ना कोई परसन उन्होंने देखता है कि हाँ ये रिसोर्स मैं यूज़ कर सकता है, तो वो की बन जाता है एंटरप्रेन्योर। गैप फिलर की एंटरप्राइज गैप फिलर जो गैप में फिल करता है वो एंटरप्राइज में मोशन यानी कि मूवमेंट रखता है। इनपुट कंप्लीटर हमेशा इनपुट अवेलेबल करवाता है, मतलब एंटरप्राइज तां जो एफिशिएंसी इंप्रूव की जा सके। एक होंगे रूटीन एंटरप्रेन्योरशिप, जिहदा रूटीन का काम आ, रूटीन के फंक्शन परफॉर्म करने, प्लैनिंग, ऑर्गेनाइजिंग, डायरैक्टिंग वगैरह। ठीक है, इनोवेटिव जिहदा मेन काम होंगे कि क्रिएटिविटी करनी है तां जो जी मेरी ऑर्गेनाइजेशन आ वो आसे पासे लोगों को पता लगे, मैं एक वधिया नेम ते फेम कमा सकां, वो हमेशा कुछ नवा करने की कोशिश करता है। रिस्क बेयरिंग, वो जिहड़ा कनाइट आ वो कहता कि जिहड़ा एंटरप्रेन्योरशिप एक रिस्क बेयरिंग थ्योरी है, जिहड़ा भी परसन रिस्क लै सकता है वो एंटरप्रेन्योर बन जाता है। वो कहता एंटरप्रेन्योर का मेन फंक्शन ही रिस्क बेयरिंग, अगर बंदा रिस्क लै सकता तो एंटरप्रेन्योर बन सकता है। अकॉर्डिंग टू द एंटरप्रेन्योर, अकॉर्डिंग टू द थ्योरी की है कि अगर वो बंदा प्योर प्रॉफिट चाहता है तो वो अनसर्टेनिटी बेयर करनी ही पैनी है। जिन्नी ज़्यादा वो अनसर्टेनिटी बेयर करूगा, जिन्नी ज़्यादा वो रिस्क में टेक करूगा, उन्नी ज़्यादा उन्होंने प्रॉफिट होंगे। और ये अनसर्टेनिटी कभी भी स्टैटिस्टिकली मैयर नहीं की जा सकती। एंटरप्रेन्योर डिफरेंट कैटेगरी डिफरेंट डिग्री के रिस्क, मतलब घट रिस्क, लो रिस्क, हाई रिस्क, हर एक तरह का रिस्क लैन लिए तैयार रहता है। प्रॉफिट की होंगे रिस्क का रिवॉर्ड, रिवॉर्ड जो एंटरप्रेन्योर का वो भी अनसर्टन होंगे है, क्योंकि रिस्क कितों आता है, रिस्क की जनरेट करता है प्रॉफिट। अगर वो बंदा रिस्क लूगा तो ही प्रॉफिट मिलेगा, हायर द रिस्क हायर द प्रॉफिट से +2 चूज पड़ेगा। प्रॉफिट एज अ रिवॉर्ड मिलता है। इनकम हमेशा अनसर्टन होंगी, अगर थोड़ा फैसला सही रहा तो थोड़ा प्रॉफिट होगा, अगर नहीं होया तो थोड़ा लॉस होगा। उस तो बाद अपने को आ गई मैक्स वैबर की एंटरप्रेन्योरल ग्रोथ थ्योरी। वो कहता कि कुछ परसन होंगे आ जिन्हों का मेन फंक्शन की होंगे है कि दूजे परसनस को इन्फ्लुएंस करना। ठीक है, एंटरप्रेन्योरल कल्चर को प्रमोट करना, उन्होंने मेन एम की होंगे कि वध तो वध मनी एक्वायर करना। ठीक है, और डिफरेंट सरकमस्टेंसिस के काम करते हैं तो उस चीज़ को प्रमोट करते हैं। मैक्स वैबर की कहता सी, कहता कुछ बंदे का कहना सी कि जिहड़े हिंदू लोग आ, ठीक है, भी एक जिवें एक कल्चर सी कि पहले जिहड़े ब्रिटिशर्स ने वो बिजनेस रन वधिया कर सकते हैं। ठीक है, क्रिश्चियन वधिया बिजनेस रन कर सकते। लिखा हुआ वैबर ने ऑब्जर्व किया कि क्रिश्चियन जिहड़े लोग क्रिश्चियन रीजन दे ने वो हमेशा फेवरेट सरकमस्टेंसिस काम करन ते एंटरप्रेन्योर बढ़ते हैं। बट इस टाइम इंडिया देखो मोस्टली हिंदू लोग आ जिहड़े वो बैटर काम कर रहे एज़ कंपेयर टू क्रिश्चियन। सो हिंदूइज्म ने जिहड़ी इहदी थ्योरी सी उन्होंने की करता डिस्करेज। उस तो बाद जिवें लिखा हुआ थ्योरी ऑफ एंटरप्रेन्योर ग्रोथ मैक्स वैबर ने दी सी, उदों की कहता सी कि यूरोपीयन एंटरप्रेन्योरशिप नूं इंडिया च प्रमोट करने लई ही उन्हें दी सी। उन्हें एक स्पैसीफिक रिलीजन नूं कहता सी कि जिहड़ा रिलीजन आ या जिहड़ा कल्चर आ वो एंटरप्रेन्योरशिप नूं प्रमोट करता है। बट उहदी जिहड़ी थ्योरी आ वो मतलब कईयां ने डिस्करेज करती, या डिस्करेज कह लो, डिस्करेज नहीं, कईयां ने रिजैक्ट कर दी कि जो एंटरप्रेन्योर आ उहदा किसी एक चीज़ नाल लेना देना या एक धर्म नाल या एक कंट्री नाल कोई भी संबंध नहीं, एंटरप्रेन्योर कोई भी बन सकता है। इस करके दी क्रिटिसिज्म भी की गई सी, क्योंकि सिंगल सिस्टम ऑफ हिंदू वैल्यू की असम्पशन सी कि सिर्फ हिंदू ही मतलब प्रमोट, पहला ब्रिटिशर से फिर क्रिश्चियन आ गए, फिर हिंदू, एक मतलब एक सिस्टम में लैके चल रहा सी। जिहड़ा इंडियन कम्यूनिटी आ जिहड़ा, ठीक आ, उन्हें उस वैल्यूज़ में इंटरनलाइज करता कि मोस्टली हिंदूज ने
तो उन्होंने रूटीन बिहेवियर ट्रांसलेट करते, ये भी चीज़ की सी ਉਹਦੀ गलत कर दी गई। दीज वैल्यू रिमेनड इम्यून, ये ਜਿਹੜੀਆਂ वैल्यू सी ਉਹਨੂੰ हमेशा ਉਹ ਕੀ ਕਰਦਾ ਸੀ, ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰਦਾ ਸੀ एक्सटर्नल ਪ੍ਰੈਸ਼ਰ ਤੋਂ। ਮਤਲਬ ਬਾਹਰਲੇ ਲੋਕਾਂ ਦੀ ਉਹਨੇ ਗੱਲ ਬਿਨਾਂ ਸੁਣੇ ਜਾਂ ਬਿਨਾਂ ਸਮਝੇ ਜਿਹੜੇ एक्सटर्नल ਇੰਪੈਕਟ ਕਰਦੇ ਉਹਨੂੰ ਇਗਨੋਰ ਕਰਕੇ ਉਹਨੇ ਇੱਕ ਰਿਲੀਜਨ ਦੇ ਬੇਸ 'ਤੇ ਐਂਟਰਪ੍ਰੇਨਿਓਰ ਥਿਊਰੀ ਨੂੰ ਪ੍ਰਮੋਟ ਕੀਤਾ। ਠੀਕ ਆ, ਹੁਣ ਜੇ ਉਹ ਕਹਿੰਦਾ ਸੀਗਾ ਕਿ ਕ੍ਰਿਸਚਨ ਹੀ ਬੈਸਟ ਚਲਾ ਸਕਦਾ ਹੈ ਬਿਜ਼ਨਸ ਦਾ, ਉਹਨੂੰ ਤਾਂ ਇਹ ਜਿਹੜੀ ਉਹਦੀ ਥਿਊਰੀ ਸੀ ਉਹ ਰਿਜੈਕਟ ਹੋ ਗਈ, ਕਿਉਂਕਿ ਇੰਡੀਪੈਂਡੈਂਸ ਤੋਂ ਬਾਅਦ ਕ੍ਰਿਸਚਨ ਮੋਸਟਲੀ ਇੰਡੀਆ 'ਚ ਨਹੀਂ ਸੀਗੇ। ਹਿੰਦੂਇਜ਼ਮ ਨੇ ਜਿਹੜੀ ਉਹਦੀ ਕ੍ਰਿਸਚਨ ਦੀ ਥਿਊਰੀ ਸੀ ਉਹ ਫੇਲ ਕਰ ਦਿੱਤੀ। ਉਸ ਤੋਂ ਬਾਅਦ ਹੈਗਨਸ ਥਿਊਰੀ ਆਫ ਐਂਟਰਪ੍ਰੇਨਿਓਰਸ਼ਿਪ, ਇਹ ਕਹਿੰਦਾ ਸੀਗਾ ਕਿ ਜਿਹੜੀ ਐਂਟਰਪ੍ਰੇਨਿਓਰਸ਼ਿਪ ਔਰ ਰਿਸਪੈਕਟ ਦੇ ਨਾਲ ਵਿਡਰੋਲ ਆਫ ਸਟੇਟਸ ਰਿਸਪੈਕਟ, ਅਗਰ ਕਿਸੇ ਪਰਸਨ ਨੂੰ ਕੋਈ ਇਨਸਾਨ ਨੂੰ ਜਿਹੜੇ ਲੋਕ ਉਹ ਕ੍ਰਿਟੀਸਾਈਜ਼ ਕਰੀ ਜਾਣ ਕਿ ਆਹ ਬੰਦਾ ਕੁਛ ਨਹੀਂ ਕਰ ਸਕਦਾ, ਜਿਹੜਾ ਸੁਸਾਈਟਲ ਰੈਂਕ ਆ ਉਹ ਘਟੀ ਜਾਵੇ, ਤਾਂ ਉਸ ਪਰਸਨ ਦੇ ਵਿੱਚ ਇੱਕ ਈਗੋਇਸਟਿਕ ਆ ਜਾਂਦੀ ਹੈ ਕਿ ਮੈਂ ਮਤਲਬ ਐਸਾ ਕੁਛ ਕਰਨਾ ਹੀ ਕਰਨਾ ਕਿ ਮੇਰਾ ਸੁਸਾਇਟੀ 'ਚ ਨਾਮ ਹੋਵੇ, ਮੇਰੀ ਰੈਕੋਗਨੀਸ਼ਨ ਹੋਵੇ। ਉਹਦੇ ਲਈ ਉਹ ਸਟੇਟਸ ਵਿਡਰੋਲ ਕਹਿੰਦੇ ਸੀ। ਸਟੇਟਸ ਵਿਡਰੋਲ ਦਾ ਮਤਲਬ ਕਿ ਸੁਸਾਇਟੀ 'ਚ ਦੀ ਰਿਸਪੈਕਟ ਨਹੀਂ ਕੀਤੀ ਜਾਂਦੀ, ਉਸ ਰਿਸਪੈਕਟ ਨੂੰ ਕ੍ਰੀਏਟ ਕਰਨ ਦੇ ਲਈ ਜਦੋਂ ਕੋਈ ਬੰਦਾ ਐਂਟਰਪ੍ਰੇਨਿਓਰ ਬਣਦਾ, ਮੰਨ ਲਓ ਕੋਈ ਪਰਸਨ ਡਿਜ਼ਰਵ ਕਰਦਾ ਰੈਕੋਗਨੀਸ਼ਨ ਰਿਸਪੈਕਟ, ਬਟ ਉਹਨੂੰ ਰਿਸਪੈਕਟ ਨਾ ਦਿੱਤੀ ਜਾਵੇ, ਉਹ ਸਟੇਟਸ ਵਿਡਰੋਲ ਆ। ਠੀਕ ਆ, ਔਰ ਇਹ ਚੀਜ਼ ਉਸ ਪਰਸਨ ਨੂੰ ਮੋਟੀਵੇਟ ਕਰਦੀ ਹੈ ਕਿ ਉਹ ਸੁਸਾਇਟੀ ਦੇ ਵਿੱਚ ਦੁਬਾਰਾ ਆਪਣੀ ਰਿਸਪੈਕਟ ਗੇਨ ਕਰੇ, ਇਸ ਲਈ ਉਹ ਐਗਰੈਸਿਵ ਐਂਟਰਪ੍ਰੇਨਿਓਰ ਐਕਟੀਵਿਟੀ ਦੇ ਵਿੱਚ ਇਨਵੋਲਵ ਹੁੰਦਾ ਹੈ। ਇਹ 'ਚ ਉਹਨੇ ਦੱਸਿਆ ਚਾਰ ਤਰ੍ਹਾਂ ਦੇ ਈਵੈਂਟਸ ਨੇ ਜਿਹੜੇ ਸਟੇਟਸ ਵਿਡਰੋਲ ਵਾਲੇ ਐਂਟਰਪ੍ਰੇਨਿਓਰ ਨੂੰ ਪ੍ਰੋਡਿਊਸ ਕਰਦੇ ਆ। ਅਗਰ ਕੋਈ ਐਸਾ ਗਰੁੱਪ ਆ ਟ੍ਰਡੀਸ਼ਨਲ ਜਿਹਨੂੰ ਇਹ ਕਹਿ ਕੇ ਕੱਢ ਦਿੱਤਾ ਜਾਂਦਾ ਕਿ ਆਹ ਜਿਹੜੀ ਫੰਕਸ਼ਨ ਆ ਜਾਂ ਜਿਹੜਾ ਓਕੂਪੇਸ਼ਨ ਹੈ ਤੁਹਾਡੀ ਟ੍ਰਡੀਸ਼ਨ ਦੇ ਲਈ ਨਹੀਂ, ਜਾਂ ਤੁਹਾਡੇ ਗਰੁੱਪ ਆਫ ਪੀਪਲਸ ਦੇ ਲਈ ਨਹੀਂ ਹੈਗਾ, ਜਾਂ ਇਸ ਜਾਤ ਦੇ ਲਈ ਨਹੀਂ ਹੈਗਾ, ਜਾਂ ਇਸ ਧਰਮ ਦੇ ਲਈ ਨਹੀਂ ਹੈਗਾ, ਤਾਂ ਉਹ ਬੰਦਾ ਡਿਸਰਿਸਪੈਕਟਿਵ ਫੀਲ ਕਰਦਾ, ਜਿਹਦੇ ਕਰਕੇ ਉਹ ਹੌਲੀ ਹੌਲੀ ਐਂਟਰਪ੍ਰੇਨਿਓਰ ਬਣਦਾ। ਜਾਂ ਉਹਦੇ ਜਿਹੜੇ ਸਿੰਬਲਸ ਨੇ ਉਹਦੀ ਜਿਹੜੀ ਰਿਸਪੈਕਟ ਨਹੀਂ ਕੀਤੀ ਜਾਂਦੀ, ਉਹਦੇ ਕਰਕੇ ਵੀ ਕੁਛ ਸੁਪੀਰੀਅਰ ਹੁੰਦੇ, ਕੁਛ ਇਨਫੀਰੀਅਰ ਹੁੰਦੇ। ਜਿਹੜੇ ਸੁਪੀਰੀਅਰ ਲੋਕ ਇਨਫੀਰੀਅਰ ਲੋਕਾਂ ਨੂੰ ਕੀ ਕਰਨ, ਉਹਦੇ ਜਿਹੜੇ ਸਿੰਬਲਸ ਨੇ ਉਹਨਾਂ ਨੂੰ ਮਤਲਬ ਰਿਸਪੈਕਟ ਨਾ ਦੇਣ। ਠੀਕ ਹੈ, ਜਿਹੜੇ ਸਟੇਟਸ ਸਿੰਬਲ ਆ ਜਿਵੇਂ ਡਿਸਟਰੀਬਿਊਸ਼ਨ ਆਫ ਇਕਨੋਮਿਕ ਪਾਵਰ ਆ ਉਹ ਇਨਕਨਸਿਸਟੈਂਸ ਆ। ਕੁਝ ਲੋਕ ਬਹੁਤ ਅਮੀਰ ਨੇ, ਕੁਝ ਲੋਕ ਬਹੁਤ ਗਰੀਬ ਨੇ। ਜਿਹੜੇ ਅਮੀਰ ਲੋਕ ਆ ਛੋਟੇ ਲੋਕਾਂ ਨੂੰ ਮਤਲਬ ਇਹ ਦਿਖਾਣ ਕਿ ਨਹੀਂ ਅਸੀਂ ਵੀ ਸਭ ਕੁਛ ਕਰ ਸਕਦੇ, ਤੁਸੀਂ ਕੁਛ ਨਹੀਂ ਕਰ ਸਕਦੇ। ਫਿਰ ਜਿਹੜਾ ਇੱਕ ਪਰਸਨ ਦਾ ਸਟੇਟਸ ਆ, ਇੱਕ ਬੰਦਾ ਇੱਕ ਸਟੇਟ ਤੋਂ ਦੂਜੀ ਸਟੇਟ 'ਚ ਮਾਈਗ੍ਰੇਟ ਕਰਕੇ ਜਾਂਦਾ ਤਾਂ ਉੱਥੋਂ ਦੇ ਲੋਕ ਉਹਨੂੰ ਐਕਸੈਪਟ ਨਹੀਂ ਕਰਦੇ, ਅਤੇ ਇਸ ਕਰਕੇ ਵੀ ਉਹ ਬੰਦਾ ਐਂਟਰਪ੍ਰੇਨਿਓਰ ਬਣ ਸਕਦਾ। ਇਹਦੇ ਨੇ ਆਹੀ ਚੀਜ਼ ਰੈਟਰਿਸਟ ਕੀ ਹੁੰਦਾ, ਜਿਹੜਾ ਵਰਕ ਕੰਟੀਨਿਊ ਕਰਦਾ ਉਹਨੂੰ ਵਰਕ ਸਟੇਟਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਰਿਚੁਅਲਿਸਟ ਜਿਹੜਾ ਅਕੋਰਡਿੰਗ ਟੂ ਦਾ ਸੁਸਾਇਟੀ ਨੋਰਮਸ ਦੇ ਮੁਤਾਬਿਕ ਕੰਮ ਕਰਦਾ। ਰੀਫਾਰਮਿਸਟ ਜਿਹੜਾ ਇੱਕ ਰਿਬੈਲੀਅਨ ਮਤਲਬ ਵਿਦਰੋਹੀ ਤੌਰ 'ਤੇ ਕੰਮ ਕਰਦਾ, ਇੱਕ ਨਵੇਂ ਵੇ ਦੇ ਨਾਲ ਕੁਝ ਚੀਜ਼ਾਂ ਪ੍ਰੋਡਿਊਸ ਕਰਨ ਚਾਹੁੰਦਾ, ਸੁਸਾਇਟੀ 'ਚ ਇੱਕ ਨਵੀਂ ਚੀਜ਼ ਲੈ ਕੇ ਆਉਣਾ ਚਾਹੁੰਦੇ। ਇਨੋਵੇਟਰ ਦਾ ਮਤਲਬ ਤੁਹਾਨੂੰ ਪਤਾ ਹੀ ਹੈ। ਨੈਕਸਟ ਆਪਣੇ ਕੋਲ ਕੀ ਹੈ, ਥਿਊਰੀ ਆਫ ਕਲਚਰਲ ਵੈਲਿਊ ਆਫ ਥੋਮਸ। ਉਹ ਉਹਨਾਂ ਨੇ ਕੀ ਕਹਿਣਾ ਸੀਗਾ, ਕਹਿੰਦੇ ਕੁਛ ਸਾਡੇ ਜਿਹੜੇ ਕਲਚਰ ਆ ਉਹ ਪ੍ਰਮੋਟ ਕਰਦੇ ਆ ਬਿਜ਼ਨਸ ਨੂੰ। ਜਿਵੇਂ ਸੁਸਾਇਟੀ 'ਚ ਕੁਛ ਇਸੇ ਤਰ੍ਹਾਂ ਚੀਜ਼ਾਂ, ਜਿਵੇਂ ਆ ਕਹਿੰਦੇ ਆਪਾਂ ਸੁਨਿਆਰੇ ਦਾ ਕੰਮ ਆ, ਲੋਹਾਰ ਦਾ ਕੰਮ ਆ, ਤਖਾਣ ਦਾ ਕੰਮ ਆ, ਕੁਝ ਫੈਕਟਰ ਉਹਦੇ ਐਟੀਟਿਊਡ ਨਾਲ ਅਟੈਚ ਹੁੰਦੇ। ਕੁਛ ਗਰੁੱਪਸ ਨੂੰ ਸੈਂਕਸ਼ਨ ਕਰ ਦਿੰਦੇ ਵੀ ਇਹ ਕੰਮ ਇਹਨਾਂ ਦਾ ਹੀ ਹੈ, ਅਤੇ ਇਸ ਕਰਕੇ ਵੀ ਉਹ ਕਲਚਰ ਕੀ ਹੁੰਦੇ ਆ, ਪ੍ਰਮੋਟ। ਉਸ ਤੋਂ ਬਾਅਦ ਥਿਊਰੀ ਆਫ ਚੇਂਜ ਇਨ ਗਰੁੱਪ ਵੈਲਿਊ ਪੈਟਰਨ। ਦਿਸ ਥਿਊਰੀ ਆਫ ਐਂਟਰਪ੍ਰੇਨਿਓਰਸ਼ਿਪ ਫਰੈਂਕ ਯੰਗ ਨੇ ਦਿੱਤੀ ਸੀ। ਉਹ ਕਹਿੰਦਾ ਜਿਹੜੀ ਐਂਟਰਪ੍ਰੇਨਿਓਰ ਐਕਟੀਵਿਟੀਜ਼ ਉਹ ਕੁਛ ਗਰੁੱਪਸ ਦੇ ਵਿੱਚ ਬਣਦੀਆਂ ਨੇ, ਕਿਸੇ ਸੋਸ਼ਲ ਕਲਸਟਰ 'ਚ, ਕਿਸੇ ਐਥਨਿਕ ਕਮਿਊਨਿਟੀ ਦੇ ਵਿੱਚ, ਕਿਸੇ ਆਕੂਪੇਸ਼ਨਲ ਗਰੁੱਪ ਦੇ ਵਿੱਚ। ਜਦੋਂ ਸੁਸਾਇਟੀ ਦੇ ਵਿੱਚ ਕੋਈ ਚੇਂਜ ਆਉਂਦਾ ਆ ਉਸ ਗਰੁੱਪ ਦੇ ਵਿੱਚ, ਤਾਂ ਇੱਕ ਨਵਾਂ ਹੀ ਤਰ੍ਹਾਂ ਦਾ ਐਂਟਰਪ੍ਰੇਨਿਓਰ ਐਗਜ਼ਿਸਟ ਕਰਦਾ ਹੈ। ਜਦੋਂ ਮੰਨ ਲਓ ਆਹ ਆਪਣੇ ਲੋਹਾਰ ਨੇ, ਆਹ ਆਪਣੇ ਤਰਖਾਣ ਨੇ। ਲੋਹਾਰ ਕਹਿਣਗੇ ਤਖਾਣ ਲੋਹਾਰ ਵਾਲਾ ਕੰਮ ਨਹੀਂ ਕਰ ਸਕਦੇ, ਲੋਹਾਰ ਤਖਾਣ ਵਾਲਾ ਕੰਮ ਨਹੀਂ ਕਰ ਸਕਦੇ, ਜਾਂ ਤਖਾਣ ਲੋਹਾਰ ਵਾਲਾ ਕੰਮ ਨਹੀਂ ਕਰ ਸਕਦੇ। ਵੈਨ ਡਿਨਾਈਡ ਆਫ ਐਕਸੈਸ ਟੂ ਇੰਪੋਰਟੈਂਟ ਸੋਸ਼ਲ ਨੈਟਵਰਕ, ਜਦੋਂ ਕਿਸੇ ਇੱਕ ਇੰਪੋਰਟੈਂਟ ਸੋਸ਼ਲ ਨੈਟਵਰਕ ਦੇ ਵਿੱਚ ਕਿਸੇ ਹੋਰ ਬੰਦੇ ਦੀ ਐਂਟਰੀ ਨੂੰ ਡਿਨਾਈ ਕਰ ਦਿੱਤਾ ਜਾਵੇ, ਤਦ ਵੀ ਆਪਣੀ ਐਂਟਰਪ੍ਰੇਨਿਓਰ ਗਰੋਥ ਕਰਦੀ ਆ। ਜਦੋਂ ਕਿਸੇ ਇੱਕ ਗਰੁੱਪ ਆਫ ਪਰਸਨਸ ਨੂੰ ਜਿਹੜਾ ਸਟੇਟਸ ਆ ਉਹ ਵਧੀਆ ਨਾ ਦਿੱਤਾ ਜਾਵੇ। ਠੀਕ ਆ, ਜਦੋਂ ਇੱਕ ਗਰੁੱਪ ਕੋਲ ਇੰਸਟੀਟਿਊਸ਼ਨ ਸੋਰਸਿਸ ਬੈਟਰ ਹੋਣ ਐਜ਼ ਕੰਪੇਅਰ ਟੂ ਦਾ ਅਦਰ, ਇਹਨਾਂ ਕੇਸਿਸ ਦੇ ਵਿੱਚ ਵੀ ਜਿਹੜਾ ਚੇਂਜ ਆ ਗਰੁੱਪਸ ਦੇ ਵਿੱਚ ਉਹਦੇ ਕਰਕੇ ਐਂਟਰਪ੍ਰੇਨਿਓਰ ਗਰੋਥ ਕਰਦੇ। ਲੀਡਰਸ਼ਿਪ ਥਿਊਰੀ ਆਪਣੀ ਕੀ ਆ, ਕਿਹੜਾ ਐਂਟਰਪ੍ਰੇਨਿਓਰ ਇੱਕ ਲੀਡਰ ਦੇ ਤੌਰ 'ਤੇ ਕੰਮ ਕਰਦਾ, ਉਹਨੇ ਮੈਨੇਜਰ ਦੇ ਤੌਰ 'ਤੇ ਵੀ ਕੰਮ ਕਰਨਾ ਹੁੰਦਾ। ਅਗਰ ਉਹਦੇ ਕੋਲ ਬੈਟਰ ਲੀਡਰਸ਼ਿਪ ਕੁਆਲਿਟੀਜ਼ ਹੋਣਗੀਆਂ ਤਾਂ ਆਪਣੇ ਇੰਪਲੋਈਜ਼ ਨੂੰ ਮੋਟੀਵੇਟ ਕਰ ਸਕੂਗਾ ਕੰਮ ਕਰਨ ਦੇ ਲਈ। ਠੀਕ ਹੈ, ਐਂਟਰਪ੍ਰੇਨਿਓਰਸ਼ਿਪ ਇਨਫਲੂਐਂਸ ਕਰੂਗਾ ਵਰਕਫੋਰਸ ਨੂੰ, ਡਾਇਰੈਕਟ ਕਰੂਗਾ ਗੋਲਸ ਅਚੀਵ ਕਰਨ ਨੂੰ, ਵਰਕ ਟੀਮ ਨੂੰ ਇਨਫਲੂਐਂਸ ਕਰੂਗਾ, ਕੋਆਰਡੀਨੇਸ਼ਨ ਲੈ ਕੇ ਆਊਗਾ, ਸਾਰਾ ਕੰਮ ਇਹਦਾ ਹੀ ਹੈ। ਕੌਨਕਲ ਨੇ ਕੀ ਕਿਹਾ ਸੀ, ਜਿਹੜਾ ਐਂਟਰਪ੍ਰੇਨਿਓਰ ਆ ਇਨਵਾਇਰਮੈਂਟਲ ਫੈਕਟਰ 'ਤੇ ਡਿਪੈਂਡ ਕਰਦਾ, ਮਤਲਬ ਇਨਵਾਇਰਮੈਂਟ ਦੇ ਵਿੱਚ ਬੂਮ ਆ, ਰੈਸੈਸ਼ਨ ਆ, ਡਿਪਰੈਸ਼ਨ ਆ, ਕਿਸੇ ਪ੍ਰੋਡਕਟ ਦਾ ਡਿਮਾਂਡ ਹੈ ਜਾਂ ਨਹੀਂ, ਮਾਰਕੀਟ 'ਚ ਲੋਨ ਈਜ਼ੀਲੀ ਮਿਲ ਰਿਹਾ ਕਿ ਨਹੀਂ, ਅਗਰ ਮਿਲ ਰਿਹਾ ਹੋਊਗਾ ਤਾਂ ਐਂਟਰਪ੍ਰੇਨਿਓਰ ਗਰੋ ਕਰੂਗੀ ਤਾਂ ਨਹੀਂ ਕਰੂਗੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੰਪੈਕਟ ਕਰਦੀਆਂ ਨੇ ਐਂਟਰਪ੍ਰੇਨਿਓਰ ਨੂੰ।
ਪੀਟਰ ਐਫ ਡਰੱਕਰ ਨੇ ਥਿਊਰੀ ਆਫ ਐਂਟਰਪ੍ਰੀਨਿਓਰਸ਼ਿਪ ਦਿੱਤੀ। ਇਹ 'ਚ ਵੀ ਉਹਨੇ ਮੰਨਿਆ ਕਿਹੜਾ ਐਂਟਰਪ੍ਰੀਨਿਓਰ ਆ, ਇੱਕ ਇਨੋਵੇਟਰ ਆ, ਲੀਡਰ ਆ, ਉਹ ਜਿਹੜੀਆਂ ਅਪਰਚੁਨਿਟੀਜ਼ ਜਿਹੜੀਆਂ ਮਾਰਕੀਟ 'ਚ ਉਹਨੂੰ ਐਕਸਪਲੋਇਟ ਕਰਕੇ ਆਪਣੇ ਬੈਨੀਫਿਟ ਲੈਣਾ ਜਾਣਦਾ ਆ। ਐਂਟਰਪ੍ਰੀਨਿਓਰ ਆ ਜਿਹੜਾ ਪ੍ਰੈਜੈਂਟ ਟਾਈਮ 'ਤੇ ਇਨੋਵੇਸ਼ਨ ਕਰਦਾ ਹੈ, ਫਿਊਚਰ 'ਤੇ ਉਹ ਜ਼ਿਆਦਾ ਡਿਪੈਂਡ ਨਹੀਂ ਰਹਿੰਦਾ, ਉਹ ਇਨੋਵੇਸ਼ਨ ਨੂੰ ਸਿੰਪਲ ਵੇ ਨਾਲ ਕਰਦਾ ਹੈ ਤਾਂ ਜੋ ਰਿਜ਼ਲਟ ਬੈਟਰ ਲੈ ਸਕੇ। ਐਂਟਰਪ੍ਰੀਨਿਓਰ ਕੋਲ ਹਰੇਕ ਤਰ੍ਹਾਂ ਦੀ ਨੌਲੇਜ ਹੁੰਦੀ ਆ। ਉਹ ਕਮਿਟਮੈਂਟ ਕਰਦਾ ਆ, ਕਮਿਟਮੈਂਟ ਮੀਨਸ ਆਪਣੇ ਵਰਕ ਦੇ ਪ੍ਰਤੀ ਡੈਡੀਕੇਟਿਡ ਹੁੰਦਾ ਆ। ਐਂਟਰਪ੍ਰੀਨਿਓਰ ਓਨਰ ਹੀ ਹੋਵੇ ਬਿਜ਼ਨਸ ਦਾ, ਕੋਈ ਜ਼ਰੂਰੀ ਕਈ ਵਾਰ ਕੋਈ ਇੰਪਲੋਈ ਵੀ ਜਿਹੜਾ ਐਂਟਰਪ੍ਰੀਨਿਓਰ ਬਣ ਜਾਂਦਾ ਆ, ਜਿਹੜਾ ਆਪਣੇ ਓਨਰ ਨੂੰ ਵਧੀਆ ਸਲਾਹ ਦਿੰਦਾ, ਜਿਹਦੇ ਕਰਕੇ ਉਹਦੀ ਵੈਲਿਊ ਇਨਕਰੀਜ਼ ਰਹਿੰਦੀ ਹੈ। ਐਂਟਰਪ੍ਰੀਨਿਓਰ ਜਿਹੜੇ ਲੋਕਲ ਰਿਸੋਰਸਾਂ ਨੂੰ ਮੋਬਿਲਾਈਜ਼ ਕਰਦਾ, ਐਲੋਕੇਟ ਕਰਦਾ। ਮੋਬਿਲਾਈਜ਼ ਮਤਲਬ ਹੁੰਦਾ ਇਕੱਠੇ ਕਰਦਾ, ਫਿਰ ਉਹਨੂੰ ਯੂਜ਼ ਕਰਕੇ ਉਹ ਚੁੱਕ ਕੇ ਲੈਂਦਾ ਆ ਪ੍ਰੋਫਿਟ। ਇਹਦੇ ਨਾਲ ਹੀ ਜਿਹੜੀ ਆਪਣੀਆਂ ਥਿਓਰੀਜ਼ ਆਫ ਐਂਟਰਪ੍ਰੀਨਿਓਰ ਉਹ ਹੋ ਗਈਆਂ ਕੰਪਲੀਟ।